अस्सलाम वालेकुम दोस्तों, मैं ਤੁਹਾਡਾ ਭਰਾ ਮੀਆਂ ਮੁਹੰਮਦ ਅਫਜ਼ਲ ਬੱਟੂ ਤੇ ਤੁਸੀਂ ਵੇਖਦੇ ਪਏ ਹੋ ਡਿਜੀਟਲ ਕਿਸਾਨ ਪਾਕਿਸਤਾਨ। ਕਿਸਾਨ ਦੋਸਤੋ, ਸਾਡੇ ਇਲਾਕੇ ਵਿੱਚ ਇੱਕ ਮਿਸਾਲ ਬਣੀ ਵੀ ਤੇ ਬਲਕਿ ਹਕੀਕਤ ਵੀ ਹੈ। ਜਦੋਂ ਕੋਈ ਬੰਦਾ ਬਿਮਾਰ ਹੁੰਦਾ ਹੈ, ਅਸੀਂ ਲਿਆਣੇ ਜਨਾਬ ਹਵੇਲੀ ਲੱਖਾ ਦੇ ਸਰਕਾਰੀ ਹਸਪਤਾਲ ਵਿੱਚ ਤੇ ਉਹ ਜਨਾਬ ਮਾੜਾ ਮੋਟਾ ਚੈੱਕ ਕਰਦੇ ਨੇ, ਆਂਦੇ ਨੇ ਇਹਨੂੰ ਲਾਹੌਰ ਲੈ ਜਾਓ ਤੇ ਲਾਹੌਰ ਵਾਲੇ ਫਿਰ ਅਗਲੇ ਮੁਲਕ ਗਲਦੇ ਨੇ। ਇਸੇ ਤਰੀਕੇ ਜਨਾਬ ਅੱਜ ਸਾਡੇ ਨਾਲ ਹੋਇਆ ਹੈ। 85 ਆਪਣਾ ਟਰੈਕਟਰ ਹੈ ਜਨਾਬ ਤੇ ਇਹਨੂੰ ਅਸੀਂ ਲੈ ਗਏ ਜਨਾਬ ਪਹਿਲੇ ਆਦੇ ਡਿਸਪੈਂਸਰ ਕੋਲ, ਜਿਹੜਾ ਸਾਡੇ ਇਲਾਕੇ ਦਾ ਮਿਸਤਰੀ ਹੈਗਾ ਉਹਦੇ ਕੋਲ। ਤੇ ਹੁਣ ਜਨਾਬ ਮਜਬੂਰਨ ਸਾਨੂੰ ਲਾਹੌਰ ਦੀ ਬਜਾਏ ਹਵੇਲੀ ਲੱਖਾ ਆਉਣਾ ਪਿਆ ਹੈ। ਅਸੀਂ ਮੌਜੂਦ ਹਾਂ ਜਨਾਬ ਹਵੇਲੀ ਲੱਖਾ ਸ਼ਹਿਰ ਵਿੱਚ ਤੇ ਮਿਸਤਰੀ ਸਾਹਿਬ ਹੈਗੇ ਨੇ ਮੁਹੰਮਦ ਅਹਿਮਦ ਬਾਈ, ਇਹ ਉਹਨਾਂ ਦੇ ਸ਼ਗਿਰਦ ਹੈਗੇ ਨੇ। ਤੇ ਆਪਣਾ ਜਿਹੜਾ ਟਰੈਕਟਰ ਹੈ ਇਹ 2021 ਮਾਡਲ ਹੈ ਤੇ ਇਹ ਜਨਾਬ ਰਿਆ ਵੇਲਾ। ਤੇ ਹੁਣ ਆਪਾਂ ਇਹਦੇ ਪਿੱਛੇ ਪਾਇਆ ਸੁਪਰ ਸੀਡਰ, ਲਾਗੇ ਨੂੰ ਪਤਾ ਗਿਆ ਵੀ ਪਿੱਛੇ ਮੇਰੇ ਕੀ ਬਲਾਂ ਪੈ ਗਈ ਹੈ। ਤੇ ਹੁਣ ਜਨਾਬ ਇਹਨੇ ਹਾਈਡ੍ਰੋਲਿਕ ਜਿਹੜਾ ਹੈ ਨਾ ਉਹਦੇ 'ਚ ਪ੍ਰੋਬਲਮ ਲਿਆਂਦੀ। ਅਸੀਂ ਜਨਾਬ ਆਪਣੇ ਇਲਾਕੇ ਦੇ ਡਿਸਪੈਂਸਰ ਨੂੰ ਚੈੱਕ ਕਰਵਾਇਆ ਤੇ ਉਹਨੇ ਜਨਾਬ ਚੈੱਕ ਚੁੱਕ ਕੀਤਾ ਪੂਰਾ, ਮਤਲਬ ਇੱਕ ਦਿਨ ਅਸੀਂ ਖਪੇ ਹਾਂ। ਤੇ ਇਹ ਜਿਹੜਾ ਹਾਈਡ੍ਰੋਲਿਕ ਹੈ ਇਹ ਕੰਮ ਨਹੀਂ ਦਿੱਤਾ। ਅਸੀਂ ਇਹਦੇ ਵਿੱਚ ਵਾਲ ਵੀ ਨਵੇਂ ਪਾਏ ਨੇ, ਮੋਬਲੈਲ ਵੀ ਨਵਾਂ ਪਾਇਆ ਹੈ। ਤੇ ਜਿਹੜਾ ਮੋਬਲੈਲ ਅਸੀਂ ਪਾਇਆ ਹੈ ਉਹ ਮੋਬਲੈਲ ਨਹੀਂ ਪਾਉਣਾ ਸੀ ਤੇ ਉਹ ਭਾਈ ਮੁਹੰਮਦ ਅਹਿਮਦ ਦੱਸਣਗੇ ਵੀ ਕਿਹੜੀਆਂ ਗੱਲਾਂ ਦੀ ਇhtiyat ਕਰਨੀ ਹੈ ਤੇ ਕਿੱਥੋਂ ਸਾਡੇ ਤੋਂ ਗਲਤੀ ਹੋਈ ਹੈ। ਮੁਹੰਮਦ ਅਹਿਮਦ ਬਾਈ ਨਾਲ ਗੱਲ ਕਰਨੇ ਹੈ ਤੇ ਮੁਹੰਮਦ ਅਹਿਮਦ ਬਾਈ ਜਿਹੜੇ ਨੇ ਆਪਣੇ ਤਜਰਬੇ ਦੀ ਬੁਨਿਆਦ ਤੇ ਕਿਸਾਨ ਭਾਈਆਂ ਨੂੰ ਦੱਸਣਗੇ ਵੀ ਆਪਣੇ ਟਰੈਕਟਰ ਦੀ ਜਿਹੜੀ ਇhtiyat ਖਾਸ ਕਰਕੇ ਹਾਈਡ੍ਰੋਲਿਕ ਦੇ ਬਾਰੇ, ਤਾਂ ਕਿ ਜਿਹੜੇ ਕਿਸਾਨ ਵੀ ਬਰਾਗਨ ਜਦੋਂ ਸੀਜ਼ਨ ਆਉਂਦਾ ਹੈ ਹਾਈਡ੍ਰੋਲਿਕ ਦੀ ਪਰੇਸ਼ਾਨੀ ਉਹਨਾਂ ਨਾ ਹੋਵੇ। ਤੇ ਜੋ ਸਾਤੋਂ ਗਲਤੀ ਹੋਈ ਹੈ ਉਹ ਵੀ ਦੱਸਣਗੇ, ਜਿਹਦੀ ਵਜ੍ਹਾ ਨਾਲ ਮਤਲਬ ਵੀ ਅੱਜ ਅਸੀਂ ਇੱਥੇ ਪਹੁੰਚੇ ਹਾਂ ਵੱਡੇ ਡਿਸਪੈਂਸਰ ਤੋਂ, ਬਲਕਿ ਡਾਕਟਰ ਕੋਲ ਪਹੁੰਚੇ ਹੋਏ ਹਾਂ। ਤੇ ਅੱਗੇ ਕਹਿੰਦੇ ਆ ਹਵੇਲੀ ਜਾਓ ਤਾਂ ਹਵੇਲੀ ਵਾਲੇ ਕਹਿੰਦੇ ਨੇ ਲਾਹੌਰ ਲੈ ਜਾਓ। ਅਸੀਂ ਜਨਾਬ ਆਪਣਾ ਇਲਾਕੇ ਦਾ ਡਿਸਪੈਂਸਰ ਛੱਡ ਕੇ ਤੇ ਹਵੇਲੀ ਲੱਗਾ ਪਹੁੰਚ ਗਏ। ਤੇ ਮੁਹੰਮਦ ਅਹਿਮਦ ਭਾਈ अस्सलाम वालेकुम, ਕੀ ਹਾਲ ਚਾਲ ਹੈ? 2 ਮਿੰਟ ਟਾਈਮ ਦਿਓ ਸਾਡੇ ਦੋਸਤਾਂ ਨੂੰ। ਤੇ ਮੁਹੰਮਦ ਅਹਿਮਦ ਭਾਈ ਪਾਣੀ ਸ਼ਾਣੀ ਪੀ ਕੇ ਜਨਾਬ ਤਾਜ਼ੇ ਹੁੰਦੇ ਪਏ ਨੇ, ਤਾਂ ਕਿ ਕੋਈ ਗੱਲ ਜਿਹੜੀ ਰਹੇ ਨਾ ਕਿਸਾਨ ਭਾਈਆਂ ਨੂੰ ਲਾਜ਼ਮੀ ਅੱਛੀਆਂ ਚੀਜ਼ਾਂ ਦੱਸਣਗੇ, ਤਾਂ ਕਿ ਕਿਸਾਨ ਜਿਹੜੇ ਨੇ ਉਹਨਾਂ ਦਾ ਟਰੈਕਟਰ ਫੀਲਡ 'ਚ ਖਰਾਬ ਨਾ ਹੋਵੇ ਤੇ ਸੀਜ਼ਨ ਪੂਰਾ ਚੱਲੇ। ਤੇ अस्सलाम वालेकुम जी, वालेकुम सलाम। आ गए जनाब साढ़े मोहतरम मकैनिक साहब मुहम्मद अहमद भाई फ्राम हवेली लखा। सर ਅਸੀਂ ਜਨਾਬ ਪਰੇਸ਼ਾਨ ਹੈ ਤੇ ਟਰੈਕਟਰ ਦਾ ਜਿਹੜਾ ਹਾਈਡ੍ਰੋਲਿਕ ਹੈ ਦਿਲ ਕਰਦਾ ਚਾਹ ਲੈਂਦਾ ਹੈ, ਦਿਲ ਕਰਦਾ ਥੱਲੇ ਮਾਰਦਾ, ਕਲਚ ਨੱਪਨੇ ਹੈ ਤੇ ਥੱਲੇ ਆ ਜਾਂਦਾ ਹੈ। ਹਾਲੀ ਮਤਲਬ ਰੇਸ ਹੁੰਦੀ, ਟਰੈਕਟਰ ਸਟਾਰਟ ਹੁੰਦਾ ਹੈ ਤੇ ਯਾਰ ਨੱਪਿਆ ਹੈ ਤੇ ਉਹ ਜਨਾਬ ਥੱਲੇ ਛੱਡ ਦਿੰਦਾ ਤੇ ਜਦੋਂ ਚਾਹੁੰਦਾ ਹੈ ਕੰਬ ਤੇ ਚਾਹੁੰਦਾ ਹੈ। ਤੇ ਹੁਣ ਤੁਸੀਂ ਖੋਲ ਤਾਂ ਲਿਆ ਹੀ ਹੈ ਤੇ ਇਹਦੇ ਵਿੱਚ ਜਿਹੜਾ ਅਸੀਂ ਤੇਲ ਪਾਇਆ ਸੀ ਉਹ ਵੀ ਹੁਣ ਮੈਂ ਦੱਸਦਾ ਚੱਲਾਂ। ਕੋਈ ਅਸੀਂ ਜਨਾਬ 40 ਨੰਬਰ ਪਾਇਆ ਹੈ, ਕੋਈ ਅਸੀਂ ਇਹਦੇ 'ਚ CL ਪਾਇਆ ਹੈ। 20 ਜਿਹੜੇ ਲੀਟਰ ਨੇ ਉਹ 40 ਨੰਬਰ ਤੇ ਪਾਏ ਨੇ ਤੇ 10 ਲੀਟਰ ਪਾਇਆ CL। ਤੇ ਇਹ ਹੁਣ ਜਨਾਬ ਮਾਮਲਾ ਬਣਿਆ ਜੇ। ਤੇ ਹੁਣ ਦੱਸੋ ਸਾਨੂੰ ਇਹਦੀ ਕਿਸ ਤਰੀਕੇ ਦੇਖਭਾਲ ਕਰਨੀ ਚਾਹੀਦੀ ਹੈ? ਇਹਦੇ ਵਿੱਚ ਕਿਹੜੀ ਕੰਪਨੀ ਕਮੈਂਟ ਕਰਦੀ ਹੈ ਨਾ, ਤੇਲ 68 ਨੰਬਰ ਕਮੈਂਟ ਕਰਦੀ ਹੈ ਕਿ ਤੁਸੀਂ ਇਹਦੇ ਵਿੱਚ 68 ਨੰਬਰ ਤੇਲ ਪਾਓ। ਠੀਕ ਹੈ। ਜ਼ਿਆਦਾ ਸਾਡੇ ਕਿਸਾਨ ਕਿਹੜੇ ਗਏ ਨੇ ਉਹ 50 ਨੰਬਰ ਤੋਂ ਸਟਾਰਟਿੰਗ ਦੀ 50 ਨੰਬਰ ਗੇੜ ਤੁਸੀਂ ਕਰਦੇ ਨੇ, ਲੇਕਿਨ ਅਸੀਂ ਕਮੈਂਟ ਕਰਨੇ ਆ ਕਿ ਸਾਡੇ ਜਿੰਨਾ ਚਿਰ ਮਸ਼ੀਨਰੀ ਹੈ 10 ਸਾਲ ਤੋਂ ਬਾਅਦ ਉਹਦੇ ਵਿੱਚ ਤੁਸੀਂ 50 ਨੰਬਰ ਲਿਆਓ। 10 ਸਾਲ ਪਿੱਛੇ ਤੁਸੀਂ 40 ਨੰਬਰ 68 ਨੰਬਰ ਯੂਜ਼ ਕਰ ਸਕਦੇ ਨੇ, 50 ਨੰਬਰ ਯੂਜ਼ ਨਹੀਂ ਕਰ ਸਕਦੇ। ਤੇ ਲੇਕਿਨ ਇਹਦੇ ਵਿੱਚ ਕਿਹੜਾ ਮਸਲਾ ਆਇਆ ਨਾ, ਉਹ ਇਹਦੇ ਵਿੱਚ ਆਇਆ CL ਪਾਉਣ ਦਾ 68 ਕਿਹੜਾ ਪਾਇਆ ਨਾ ਤੁਸੀਂ CL ਪਾਉਣ ਦਾ, ਉਹ ਜ਼ਿਆਦਾ ਇਹਦੇ ਇਸ਼ੂ ਆਇਆ ਨਾ ਕਿ ਉਹ ਇਹਦੇ ਵਿੱਚ ਨਹੀਂ ਪਾਉਣਾ ਚਾਹੀਦਾ। 85 ਟਰੈਕਟਰ ਦੇ ਵਿੱਚ CL ਤਾਂ ਇਹਦੇ ਨੇੜੂ ਵੀ ਨਹੀਂ ਲਗਾਉਣਾ ਚਾਹੀਦਾ। ਇਹ ਨਵੇਂ ਦੀ ਗੱਲ ਕਰ ਰਹੇ ਹੋ ਜਾਂ ਪੁਰਾਣੇ ਦੀ? ਪੁਰਾਣੇ ਦੀ ਵੀ ਗੱਲ ਕਰ ਰਹੇ ਆ, ਨਵੇਂ ਦੀ ਵੀ ਹੈ। ਪੁਰਾਣਾ ਟਰੈਕਟਰ ਹੋ ਜਾਏ ਤਾਂ ਉਹਦੇ 50 ਨੰਬਰ ਪਾਓ ਤੁਸੀਂ ਗ੍ਰੇਡ, ਜੇ ਨਵਾਂ ਹੈ ਤਾਂ ਉਹਦੇ 68 ਨੰਬਰ ਪਾਓ ਤੁਸੀਂ। 68 40 ਨੰਬਰ 68 ਨੰਬਰ ਤੇਲ ਹੈ, ਬਹੁਤ ਬਰੀਕ ਤੇਲ ਹੁੰਦਾ ਹੈ। ਇਹਦੇ ਵਿੱਚ ਹਾਈਡ੍ਰੋਲਿਕ ਦੀ ਲਾਈਫ ਜ਼ਿਆਦਾ ਹੈ, ਬ੍ਰੇਕ ਦੀ ਲਾਈਫ ਜ਼ਿਆਦਾ ਹੈ, ਗੇਅਰ ਬਕਸੇ ਦੀ ਲਾਈਫ ਜ਼ਿਆਦਾ ਹੈ। ਇਹਦੇ ਵਿੱਚ ਅਗਰ ਜਿਵੇਂ ਟਰੈਕਟਰ ਦੀ ਮੁੱਦਤ ਪਿਛਾ ਹਟਦੀ ਜਾਂਦੀ ਵੀ ਜਿਵੇਂ ਸਾਲ ਚੱਲਦਾ ਜਾਂਦਾ ਹੈ, ਇਸੇ ਤਰ੍ਹਾਂ ਬੈਰਿੰਗਾਂ ਦੇ ਵਿੱਚ ਥੋੜੇ ਪਲੇ ਪੈ ਗਈ, ਡਿਕਸਾਂ ਵਿੱਚ ਪਲੇ ਪੈ ਗਈ। ਇਹਦੇ ਵਿੱਚ ਇਹ ਤੁਸੀਂ 40 ਨੰਬਰ ਯੂਜ਼ ਕਰੋ, 40 ਨੰਬਰ ਤੇ ਆ ਗਿਆ ਫਿਰ ਇਹਦੇ ਤੁਸੀਂ 50 ਨੰਬਰ ਯੂਜ਼ ਕਰੋ। ਜਿਵੇਂ ਟਰੈਕਟਰ ਪੁਰਾਣੇ ਹੋ ਜਾਂਦੇ 50 ਨੰਬਰ ਕ੍ਰਾਸ ਨਹੀਂ ਕਰਨਾ ਚਾਹੀਦਾ। ਤੇ ਇਹ ਮੈਨੂੰ ਦੱਸੋ ਵੀ ਇਹ ਵਾਲ ਜਿਹੜਾ ਹੁੰਦਾ ਇਹਨਾਂ ਵਾਲ ਇੱਥੇ ਪਿਆ ਮੇਰੇ ਖਿਆਲ ਹੈ, ਹਾਂਜੀ ਉਹ ਸਾਨੂੰ ਵਿਖਾਓ ਕਿਹੜਾ ਵਾਲ ਹੁੰਦਾ ਹੈ। ਉਹ ਡੱਬੀ ਲਾ ਕੇ ਆ ਕੇ ਤੇ ਇਹ ਮੈਨੂੰ ਦੱਸੋ ਵੀ ਅਸੀਂ ਮੁxtਲਿਫ ਕੰਪਨੀਆਂ ਦੇ ਜਿਹੜੇ ਨਾ ਵਾਲ ਅਸੀਂ ਉਸ ਦੇ ਨਵਾਂ ਵੀ ਪਾਇਆ ਹੈ, ਵਾਲ ਲੈ ਲੇਕਿਨ ਉਹਨੇ ਕੰਮ ਨਹੀਂ ਦਿੱਤਾ।
ਇਹ ਮੈਨੂੰ ਦੱਸੋ ਵੀ ਵਾਲ ਕੋਈ ਤਕਰੀਬਨ ਕੰਟਰੋਲ ਵਾਲ 10-12 ਜਿਹੜੀਆਂ ਨੇ ਕੰਪਨੀਆਂ ਹੈਗੀਆਂ ਨੇ ਕੰਟਰੋਲ ਵਾਲ ਬਣਾਉਂਦੀਆਂ ਨੇ, ਇਹਨਾਂ ਵਿੱਚ ਸਾਨੂੰ ਮਤਲਬ ਵੀ ਤੁਸੀਂ ਕਿਹੜਾ ਰეკਮੈਂਡ ਕਰਦੇ ਹੋ? ਤੇ ਹਾਲਾਂਕਿ ਦੁਕਾਨਦਾਰਾਂ ਨੂੰ ਚਾਹੀਦਾ ਵੀ ਜਿਹਦਾ ਕਲੇਮ ਆਉਂਦਾ ਹੈ ਉਹ ਕਿਸਾਨਾਂ ਨੂੰ ਨਾਲ ਵਾਲ ਦਿੱਤਾ ਕਰਨ, ਜਿਹਦਾ ਕਲੇਮ ਨਹੀਂ ਆਉਂਦਾ ਉਹ ਵਾਲ ਦਿੱਤਾ ਕਰਨ, ਤਾਂ ਕਿ ਕਿਸਾਨ ਜਿਹੜੇ ਨੇ ਸੀਜ਼ਨ ਵਿੱਚ ਖੱਜਲ ਖੁਆਰ ਨਾ ਹੋਣ। ਮਿਲਤ ਕੰਪਨੀ ਦਾ ਸੇਫਟੀ ਵਾਲ ਕੰਟਰੋਲ ਵਾਲ ਇਹ ਯੂਜ਼ ਕਰਨਾ ਚਾਹੀਦਾ। ਅੱਛਾ ਇਹ ਕੰਟਰੋਲ ਵਾਲ ਹੈ ਨਾ ਜੀ, ਇਹ BCD ਦਾ ਵਾਲ, ਇਹ ਲਾਹੌਰ ਦੀ ਕੰਪਨੀ ਹੈ ਜੀ, ਤੇ ਬੜੀ ਕਮਾਲ ਦੀ ਕੰਪਨੀ ਹੈ ਜੀ, ਜੀ ਜੀ ਬੜੀ ਹੀ ਕਮਾਲ ਦੀ ਕੰਪਨੀ ਹੈ ਜੀ। ਲੇਕਿਨ ਇਹਦੇ ਵਿੱਚ ਜਿਹੜੀ ਚੀਜ਼ ਆਈ ਹੈ ਨਾ, ਇਹਦੇ ਵਿੱਚ ਇਹ ਚੀਜ਼ ਆਈ ਹੈ ਗਰਮ ਹੋਣ ਦੀ ਹੈ, ਇਹ ਕੀ ਚੀਜ਼ ਆਈ ਪਈ ਨਾ, ਇਹ ਗਰਮ ਇਹ ਹੋਣ ਮੈਨੂੰ ਨਾਲ ਦੱਸੋ ਵੀ ਇਹ ਕੰਟਰੋਲ ਵਾਲ ਹੈ, ਕਿਹੜਾ ਵਾਲ ਹੈ ਤੇ ਕਿਹੜਾ ਸਾਨੂੰ ਇਸਤੇਮਾਲ ਕਰਨਾ ਚਾਹੀਦਾ ਹੈ? ਮਿਲਤ ਕੰਪਨੀ ਦਾ ਯੂਜ਼ ਕਰਨਾ ਚਾਹੀਦਾ। ਮਿਲਤ ਕੰਪਨੀ ਦਾ ਜੈਨੂਨ ਵਾਲ ਯੂਜ਼ ਕਰਨਾ ਚਾਹੀਦਾ, ਬੜਾ ਹੀ ਕਮਾਲ ਦਾ ਜ਼ਬਰਦਸਤ ਵਾਲ ਹੈ। ਇਹ ਬਕਾਇਆ ਸਾਰੇ ਇਹਨਾਂ ਤੋਂ ਪਤਾ ਲੋਕ ਕੰਪਨੀ ਹੈਗੇ ਨੇ, ਇਹ ਭੁੱਲ ਜਾਂਦੇ ਲੋਕ, ਇਹ ਕਿ ਕੁਰਮ ਹੁੰਦਾ ਨਾ, ਇਹ ਭੁੱਲ ਜਾਂਦਾ ਹੈ ਗਰਮ ਹੋਣ ਨਾਲ। ਇਹ ਹੁਣ ਆਪਣੇ ਕੋਲ ਪੁਰਾਣਾ ਵਾਲ ਹੈ, ਹਾਂਜੀ ਪੁਰਾਣਾ ਵਾਲ ਹੈ। ਇਹਦੇ ਵਿੱਚ ਕੀ ਮਸਲਾ ਹੈ? ਇਹਦੇ ਵਿੱਚ ਮੋਟੇ ਮੁਲੈਲ ਪਾਉਣ ਨਾਲ ਆਇਆ, ਇਹ ਫੁੱਲ ਗਿਆ। ਇਹ ਕਿ ਚੀਜ਼ ਹੈਗੀ ਨਾ, ਇਹਦੀ ਹਾਰਡਨੈਸ ਹੁੰਦੀ, ਇਹ ਹਾਰਡਨੈਸ ਹੁੰਦੀ ਇਹਦੀ, ਇਹ ਜੈਨੂਇਨ ਨਹੀਂ ਹੈ, ਇਹ ਜੈਨੂਇਨ ਨਹੀਂ ਹੈਗਾ। ਇਹ ਹਾਰਡਨੈਸ ਕਿਹੜੀ ਹੈਗੀ ਨਾ, ਜਿੰਨਾ ਇਹਨੇ ਬਰੀਕ ਤੇਲ ਚੱਲਣਾ ਚਾਹੁੰਦੇ, ਹਾਰਡਨੈਸ ਹੈ ਫੁੱਲ ਗਿਆ, ਫੁੱਲਣ ਨਾ ਫਸਦਾ, ਫੁੱਲਣ ਨਾਲ ਹੀ ਫਸਦਾ ਹੁੰਦਾ ਵਾਲ ਹਮੇਸ਼ਾ। ਠੀਕ ਹੋ ਗਿਆ। ਤੇ ਇਸ ਤੋਂ ਇਲਾਵਾ ਸਾਨੂੰ ਮਿਲਤ ਕੰਪਨੀ ਦਾ ਕੰਟਰੋਲ ਵਾਲ ਪਾਉਣਾ ਚਾਹੀਦਾ ਹੈ। ਹਾਂਜੀ ਮਿਲਤ ਕੰਪਨੀ ਦਾ ਕੰਟਰੋਲ ਵਾਲ ਉਹ ਪਾਉਣਾ ਬਲੈਕੀ ਚਾਹੀਦਾ, ਹੁੰਦਾ ਹੈ ਉਹਨੂੰ। ਕਮਾਲ ਦਾ ਜੀ, ਉਹ ਜ਼ਬਰਦਸਤ ਵਾਲ ਹੁੰਦਾ ਜੀ। ਤੇ ਹੋਰ ਕੀ ਸਾਨੂੰ ਮਤਲਬ ਵੀ ਖਿਆਲ, ਕਿਹੜੀਆਂ ਗੱਲਾਂ ਦਾ ਖਿਆਲ ਕਰਨਾ ਚਾਹੀਦਾ ਤਾਂ ਕਿ ਸਾਡਾ ਟਰੈਕਟਰ ਜਿਹੜਾ ਸੀਜ਼ਨ 'ਚ ਹਾਈਡ੍ਰੋਲਿਕ ਦਾ ਮਸਲਾ ਨਾ ਆਵੇ? ਹਾਈਡ੍ਰੋਲਿਕ ਦੇ ਵਿੱਚ ਬੇਸਿਕਲ ਦਾ ਨਵਾਂ ਟਰੈਕਟਰ ਲਿਆਓ ਤੁਸੀਂ, ਉਹਦਾ ਤੁਸੀਂ 50 ਘੰਟੇ ਚਲਾਓ, ਉਹਦਾ ਹਾਈਡ੍ਰੋਲਿਕ ਆਇਲ, ਇੰਜਨ ਆਇਲ, ਉਹ 50 ਨੰਬਰ ਆਪਣੇ 50 ਘੰਟੇ ਦੇ ਇਹਨੂੰ ਯੂਜ਼ ਕਰਨਾ ਤੇ ਬਦਲਣਾ ਚਾਹੀਦਾ। ਇੰਜਨ ਵਿੱਚ ਵੀ 15-40 ਤੇਲ ਪਾਉਣਾ ਚਾਹੀਦਾ, ਹਾਈਡ੍ਰੋਲਿਕ ਵਿੱਚ ਵੀ 68 ਨੰਬਰ ਤੇਲ ਪਾਉਣਾ ਚਾਹੀਦਾ। ਇਹਦੀ ਇੰਜਨ ਦੀ ਲਾਈਫ ਵੀ ਜ਼ਿਆਦਾ ਹੋ ਜਾਂਦੀ, ਗੇਅਰ ਬਕਸੇ ਦੀ ਲਾਈਫ ਜ਼ਿਆਦਾ ਹੋ ਜਾਂਦੀ, ਪਹਿਲੇ 68 ਹਾਈਡ੍ਰੋਲਿਕ ਤੇਲ ਬਦਲਣ ਨਾਲ। ਤੇ ਬੜੀ ਕਮਾਲ ਦੇ ਤੇਲ ਹੈਗੇ ਨੇ। ਇਹ ਹੁਣ ਕਿਹੜਾ PSO ਦਾ ਤੇਲ ਹੈ ਨਾ, ਇਹ PSO ਤੇਲ ਹੈ, ਮਿਲਤ ਕੰਪਨੀ PSO ਕੋ ਲੈ ਰਹੀ ਹੈ। ਤੇ 68 ਨੰਬਰ ਤੇਲ ਇਹ ਆਦੇ ਪਹਿਲੇ 1 ਨੰਬਰ ਦਰਜੇ ਦਾ ਕਿਹੜਾ ਨਾ, ਉਹ ਤੇਲ ਗ੍ਰੇਡ ਪਵਾ ਰਹੀ ਹੈ। ਲੇਕਿਨ ਮਾਰਕੀਟ 'ਚ ਸਸਤਾ ਤੇਲ ਮਿਲਦਾ ਪਿਆ, ਬੜਾ ਹੀ ਕਮਾਲ ਦਾ ਤੇਲ ਹੈ। ਲੇਕਿਨ ਅਸੀਂ ਮਿਲਤ ਕੰਪਨੀ ਦਾ ਤੇਲ ਨਹੀਂ ਯੂਜ਼ ਕਰਦੇ, ਅਸੀਂ ਮਿਲਤ ਕੰਪਨੀ ਟਰੈਕਟਰ ਲੈ ਲੈਣੇ ਵਾਲੇ, ਤੇਲ ਵੀ ਯੂਜ਼ ਮਿਲਤ ਦਾ ਹੀ ਕਰਨਾ, ਮਿਲਤ ਦਾ ਹੀ ਕਰਨਾ ਚਾਹੀਦਾ। ਮਿਲਤ ਆਪਣੇ ਸਟੈਂਡਰਡ ਦਾ ਤੇਲ ਆਪਣੀ ਮਸ਼ੀਨਰੀ ਵਾਸਤੇ ਬੜਾ ਹੀ ਕਮਾਲ ਦਾ ਤੇਲ ਬਣਵਾਉਂਦੀ ਪਈ, ਬੜਾ ਹੀ ਜ਼ਬਰਦਸਤ ਤੇਲ ਹੈ। ਸਹੀ। ਹੋਰ ਤੇ ਅਹਿਮਦ ਭਾਈ, ਇਹ ਮੈਨੂੰ ਦੱਸੋ ਰੋਜ਼ਾਨਾ ਦੀ ਦੇਖਭਾਲ ਜਿਹੜੀ ਹੈ, ਜਦੋਂ ਟਰੈਕਟਰ ਅਸੀਂ ਸਟਾਰਟ ਕਰਨਾ ਹੈ, ਉਹ ਕਿਹੜੀਆਂ ਗੱਲਾਂ ਦਾ ਖਿਆਲ ਕਰੀਏ ਵੀ ਸਾਡਾ ਟਰੈਕਟਰ ਜਿਹੜਾ ਨਾ ਕਿਸੇ ਖਰਾਬੀ ਦਾ ਬੈਸ ਨਾ ਬਣੇ? ਹਾਂਜੀ, ਪਹਿਲਾ ਨੰਬਰ ਤੇ ਹੈ ਕਿ ਤੁਸੀਂ ਇਹਦਾ ਇੰਜਨ ਆਇਲ ਚੈੱਕ ਕਰੋ। ਇਹਦੀ ਟਿਪ ਸਟਿਕ ਹੈ ਇੰਜਨ ਆਇਲ ਚੈੱਕ ਕਰਨ ਵਾਲੀ, ਉਹ ਚੈੱਕ ਕਰੋ ਤੁਸੀਂ। ਉਹਦਾ ਇੰਜਨ ਦਾ ਲੈਵਲ ਚੈੱਕ ਕਰੋ, ਆਇਲ ਦਾ ਵੀ ਲੈਵਲ ਪੂਰਾ ਹੈ। ਜੇ ਅਗਰ ਥੱਲੇ ਵਾਲੇ ਤੀਰ ਤੇ ਟੱਕ ਤੇ ਨਿਸ਼ਾਨ ਹੈ ਨਾ, ਤੇ ਇੰਜਨ ਸਟਾਰਟ ਤੁਸੀਂ ਕਰਕੇ ਵਰਕਸ਼ਾਪ ਤੱਕ ਲਿਜਾ ਸਕਦੇ ਨੇ ਤੁਸੀਂ ਉਹਦਾ ਤੇਲ ਪੂਰਾ ਕਰਨ ਵਾਸਤੇ। ਅਗਰ ਉਪਰਲੇ ਤੀਰ ਦੇ ਨਿਸ਼ਾਨ ਤੇ ਹੈ ਤੇ ਤੁਸੀਂ ਆਦਾ ਕੰਮ ਚਲਾ ਸਕਦੇ ਨੇ। ਇਹ ਹੈ ਦੇਖਭਾਲ ਇਹਦੀ। ਇਹਦਾ ਪਾਣੀ ਚੈੱਕ ਕਰੋ, ਪਾਣੀ ਦਾ ਲੈਵਲ ਚੈੱਕ ਕਰੋ ਪੂਰਾ ਹੈ। ਉਸ ਤੋਂ ਬਾਅਦ ਇਹਦਾ ਫੈਨ ਬੈਲਟ ਹੈ। ਫੈਨ ਬੈਲਟ ਅਸੀਂ ਜ਼ਿਆਦਾ ਲੋਕ ਇਹ ਚੀਜ਼ ਨੂੰ ਸਮਝਦੇ ਨਹੀਂ। ਫੈਨ ਬੈਲਟ ਸੁਬਹ ਦੀ ਨਿਸਬਤ ਤੁਸੀਂ ਨਾ ਸੁਬਹ ਸਟਾਰਟ ਕਰੋ, ਸਟਾਰਟ ਕਰਨ ਤੋਂ ਪਹਿਲੇ ਇਹਦਾ ਫੈਨ ਬੈਲਟ ਚੈੱਕ ਕਰੋ। ਫੈਨ ਬੈਲਟ ਢਿੱਲਾ ਹੈ, ਟਾਇਰ ਜ਼ਿਆਦਾ ਹੈ, ਉਹਦੇ ਵਿੱਚ ਪੱਖੇ ਦੇ ਵਿੱਚ ਹੁਣ ਸਰਦੀਆਂ ਦੇ ਮੌਸਮ ਆ ਗਏ ਨੇ, ਸਰਦੀਆਂ ਦਾ ਮੌਸਮ ਆ ਗਿਆ ਨੇ, ਤੁਸੀਂ ਰੇਡਰ ਦੇ ਸੱਜੇ ਖੱਬੇ ਦਾएं ਬਾएं ਸਾਰੇ ਘੁਮਾ ਕੇ ਵੇਖੋ ਕਿ ਜਾਨਵਰ ਤਾਂ ਨਹੀਂ ਬੈਠਾ। ਫਿਰ ਇਹਦਾ ਪੀਲੇ ਹਿੱਸੇ ਦਾ ਤੁਸੀਂ ਹਾਈਡ੍ਰੋਲਿਕ ਕੈਲ ਚੈੱਕ ਕਰੋ। ਤੇ ਮੈਂ ਕਹਿੰਦਾ ਮਸ਼ੀਨਰੀ ਨਾ ਜਾਮਨ ਵਾਲੀ ਹੈਗੀ। ਅਸੀਂ ਇਹਨਾਂ ਚੀਜ਼ਾਂ ਤੇ ਫਾਇਦਾ ਨਹੀਂ ਉਚਾਉਂਦੇ, ਅਸੀਂ ਉਵੇਂ ਹਾਂ ਸਰਦੀ ਦਿਨ ਆ ਗਏ, ਸਰਦੀ ਦਿਨ ਆ ਗਏ, ਤੁਸੀਂ ਇਹਨੂੰ ਅੱਧਾ ਘੰਟਾ 25 ਤੋਂ 30 ਮਿੰਟ ਇਹਨੂੰ ਸਟਾਰਟ ਕਰੋ। ਤੁਸੀਂ ਇਹਨੂੰ ਗਰਮੀ ਦੇ ਵਿੱਚ 15 ਮਿੰਟ ਸਟਾਰਟ ਕਰੋ ਇਹਨੂੰ ਸੁਬਹ ਸ਼ੁਰੂ ਕਰਨਾ। ਹਾਂਜੀ, ਤੇ ਲੇਕਿਨ ਇਹਨੂੰ ਸਲੋ ਆਦੀ 750 RPM ਤੇ ਖੜਾ ਰਹੇ। 750 RPM ਤੇ ਖੜਾ ਰਹੇ ਸਲੋ ਰੇਸ ਵਿੱਚ। ਇਹਨੂੰ ਰੇਸ ਨਹੀਂ ਦੇਣੀ ਸੁਬਹ ਨਾਲ, ਇਹ ਖੜਾ ਰਹੇ ਤੇ ਇਹਦੀ ਉਮਰ ਰਹੀ ਲਾਈਫ ਹੈ। ਕਮਾਲ ਦੀ ਸ਼ੈ। ਤੇ ਪਾਣੀ ਸ਼ਾਨੀ ਵੀ ਚੈੱਕ ਕਰੀਏ? ਹਾਂਜੀ, ਪਾਣੀ ਸ਼ਾਨੀ ਚੈੱਕ ਕਰਨਾ ਚਾਹੀਦਾ। ਠੀਕ ਹੋ ਗਿਆ ਜੀ। ਤੇ ਕਿਸਾਨ ਦੋਸਤੋ, ਜਿਵੇਂ ਜਨਾਬ ਮੁਕੰਮਲ ਹੁੰਦਾ ਹੈ ਫਿਰ ਤੁਹਾਨੂੰ ਚੈੱਕ ਕਰਵਾਵਾਂਗੇ ਵੀ ਕਿਸ ਤਰੀਕੇ ਹਾਈਡ੍ਰੋਲਿਕ ਉੱਪਰ ਨੀਚੇ ਲੈ ਜਾਂਦਾ ਹੈ, ਵੀ ਆਪਣੀ ਜਿਹੜੀ ਹੈ ਨਾ ਪੁਰਾਣੀ ਰੂਟੀਨ ਤੇ ਆ ਗਿਆ ਵਾਪਸ ਜਾਂ ਨਹੀਂ। ਤੇ ਚਲੋ ਜੀ ਹੁਣ ਸ਼ੁਰੂ ਹੋ ਜਾਓ। ਮਿਹਰਬਾਨੀ ਜਨਾਬ ਅਹਿਮਦ ਭਾਈ। ਤੇ ਬਿਲਕੁਲ ਕੋਸ਼ਿਸ਼ ਕੀਤੀ ਕਰੋ ਵੀ ਛੋਟੇ ਡਿਸਪੈਂਸਰ ਕੋ ਛੋਟਾ ਇਲਾਜ ਕਰਵਾਇਆ ਕਰੋ ਤੇ
ਅਗਰ ਵੱਡਾ ਮਸਲਾ ਆਵੇ ਤਾਂ ਵੱਡੇ ਡਿਸਪੈਂਸਰ ਮਤਲਬ ਡਾਕਟਰ ਕੋਲ ਹੀ ਆਇਆ ਕਰੋ। ਇਹਨੂੰ ਲੈ ਆ ਤੇ ਯਾਰ ਆਪਾਂ ਪਹੁੰਚ ਗਏ ਡਾਕਟਰ ਕੋਲ, ਹੁਣੇ ਇਨਸ਼ਾਅੱਲਾ ਇਹਦਾ ਇਲਾਜ ਵੀ ਹੋ ਜਾਸੀ। ਇਹ ਕੱਟਿਆ ਦਿੱਤਾ ਜਾਂ ਨਹੀਂ ਕਰ ਹੈ ਆਓ ਹੁਣ ਤੁਹਾਨੂੰ ਵਿਖਾਣਾ ਜਨਾਬ ਕਿਸ ਤਰੀਕੇ ਖੁੱਲਾ ਪਿਆ ਹੈ। ਆਪਣੀ ਪਿੰਨਾ ਪਕੜੋ ਇਹ ਆਪੇ ਲੰਬੀ ਬਣਾਤੀ ਹੋਣੀ ਯਾਰ ਆ ਜਾ ਸਕੂਟਰ ਤੇ ਜਿਵੇਂ ਪਰ ਮੀਆਂ ਤੇ ਸਰ ਅਹਿਮਦ ਭਈਆ ਤੁਸੀਂ ਅੱਗੇ ਫਿਲਟਰ ਕੋਈ ਨਹੀਂ, ਫਿਲਟਰ ਲਾ ਦਿੱਤਾ, ਇਹਦਾ ਕੀ ਫਾਇਦਾ ਹੈ? ਇਹਦਾ ਨਾ ਜੀ ਇਹ ਹੈ ਕਿ ਤੇਲ ਇਹਦੇ ਚੋਂ ਸਾਫ਼ ਹੋ ਕੇ ਨਿਕਲੇਗਾ। ਇਹ ਪਾਈਪ ਬੰਦ ਨਹੀਂ ਹੋਏਗਾ। ਅੱਗੇ ਵੀ ਇਹਦਾ ਪਾਈਪ ਆ ਸਾਰਾ ਬੰਦ ਹੈਗਾ ਸੀ। ਇਹ ਟਰੈਕਟਰ ਪੂਰਾ ਲੋਡ ਨਹੀਂ ਛਿਕਦਾ। ਠੀਕ ਹੋ ਗਿਆ। ਇਹ ਲੋਡ ਛਿਕਦਾ ਪੂਰਾ ਪਾਈਪ ਇਹਦੀ ਬੰਦ ਹੈਗਾ ਸੀ। ਇਹ ਹੁਣ ਫਿਲਟਰ ਲਾਉਂਦੇ ਪਹਿਲਾਂ ਆਪਾਂ ਕਰਮ ਕਰੇਗਾ। ਜ਼ਿਆਦਾਤਰ ਨਾ ਇਹ ਸਾਡੇ ਕੋਲ ਪੰਪਾਂ ਲੈ ਗਏ ਨਾ ਜੀ, ਇਹਨਾਂ ਦੇ ਵਿੱਚੋਂ ਗੰਦ ਬੜਾ ਜਾ ਰਹੀ ਹੈ। ਮੈਂ ਅੱਗੇ ਵੀ ਬਾਰ-ਬਾਰ ਇਹ ਗੱਲ ਕਰਦਾ ਹਾਂ ਕਿ ਸਾਡੇ ਮਾਲਕ ਬਜ਼ਾਤੇ ਖੁਦ ਕਿਹੜਾ ਹੈ ਨਾ ਗੰਦ ਤੇ ਪਾਉਣ ਵੀ ਰਿਹਾ, ਉਹ ਆਦੇ ਸਾਫਾ ਲੈ ਕੇ ਤੇ ਤੇਲ ਪਾਉਣ ਲਵੇਗਾ, ਗੰਦ ਨਹੀਂ ਜਾਵਣ ਦੇਵੇਗਾ। ਗੰਦ ਉਸਲ ਜਾਵੇਗਾ ਜਦੋਂ ਸਾਡੇ ਪੰਪ ਦੇ ਵਿੱਚੋਂ ਜਾਵੇਗਾ। ਡਰੈਕ ਪਾਵਾਂਗੇ। ਹਾਂਜੀ ਠੀਕ ਹੋ ਗਿਆ ਜੀ। ਜ਼ਿਮੀਦਾਰ ਇਹ ਫਿਲਟਰ ਸਾਨੂੰ ਲਾਉਣਾ ਚਾਹੀਦਾ। ਹਾਂਜੀ ਆ ਫਿਲਟਰ ਲਾਉਣਾ ਚਾਹੀਦਾ। ਫਿਲਟਰ ਇਹ ਵੱਡਾ ਹੈਗਾ ਤੇ ਆਹ ਮਿਲ ਜਾਂਦੇ ਨੇ। ਤੇ ਪੰਪ ਵੀ ਸਿਲੈਕਟ ਅੱਛਾ ਕਰ ਹਾਂਜੀ ਤੇ ਲੇਕਿਨ ਇਹ ਆ ਕਿ ਪੰਪ ਕਿਹੜੇ ਨਾ ਅੱਛੇ ਪੰਪਾਂ ਦਾ ਤੇਲ ਹੋਣਾ ਚਾਹੀਦਾ ਹੈ। ਸਾਡੇ ਕਿਹੜੇ ਪੰਪ ਜ਼ਿਆਦਾ ਡੀਜ਼ਲ ਪੰਪਾਂ ਵਾਲੇ ਕਿਹੜੇ ਨੇ, ਇਹਨਾਂ ਟੈਂਕੀਆਂ ਦੇ ਕਚਰੇ ਬੜੇ ਆਏ ਪਏ। ਸਫਾਈ ਉਹਨਾਂ ਨੂੰ ਕਰਨੀ ਚਾਹੀਦੀ ਹਾਂਜੀ। ਜਦੋਂ ਤੋਂ ਬਣੇ ਨੇ ਸਫਾਈ ਉਹਨਾਂ ਨੂੰ ਸਫਾਈ ਕਰਨੀ ਚਾਹੀਦੀ। ਕੈਮੀਕਲ ਆ ਗਏ ਸਫਾਈ ਕਰਨ ਵਾਲੇ ਆ ਗਏ ਨੇ। ਠੀਕ ਹੋ ਗਿਆ ਜੀ। ਗੁੱਡ ਸਹੀ ਬਤਾ ਚੱਲਦਾ ਨਾ। ਤੇ ਦੋਸਤੋ ਟਾਪਾ ਰੱਖ ਲਿਆ ਜਨਾਬ। ਆਪਾਂ ਥੋੜਾ ਜਿਹਾ ਵਿਜ਼ਿਟ ਤੇ ਗਏ ਸੀ ਬਾਹਰ ਬਾਜ਼ਾਰ ਤੇ ਆਏ ਆ ਤੇ ਜਨਾਬ ਨਾ ਓਕੇ ਕਰਦੇ ਪਏ ਨੇ। ਟਾਪਾ ਰੱਖ ਦਿੱਤਾ ਹੈ ਤੇ ਹੁਣ ਜਦੋਂ ਅਹਿਮਦ ਭਾਈ ਇਹਨੂੰ ਸਟਾਰਟ ਕਰਦੇ ਨੇ ਫਿਰ ਆਪਾਂ ਜਨਾਬ ਇਨਸ਼ਾਅੱਲਾ ਤਾਲਾ ਤੁਹਾਨੂੰ ਵਿਖਾਵਾਂਗੇ। ਤੇ ਇਹ ਗੋਲੀ ਡਿੱਗ ਪੈਂਦੀ ਹੈ, ਇਹਦਾ ਹੱਲ ਉਹਨਾਂ ਜਨਾਬ ਕੀਤਾ ਹੈ। ਇਹ ਕਿੱਲ ਵਿਖਾਵੇ ਜੀ। ਹਾਂ ਲਓ ਜੀ ਇਹ ਕਿੱਲ ਹੈ। ਇਹ ਚੈੱਕ ਕਰੋ ਜੀ। ਇਹ ਕਿੱਲ ਪਾ ਦਿੱਤਾ ਹੈ ਤੇ ਜਿਹੜੇ ਲਾਕ ਪਾਏ ਹੁੰਦੇ ਨੇ ਉਹਦੇ ਨਾਲ ਇਹ ਬਿਹਤਰ ਕੰਮ ਕਰਦਾ ਤੇ ਗੋਲੀ ਡਿੱਗਦੀ ਨਹੀਂ ਹੈਗੀ। ਕਵਰ ਪਲੇਟ ਲੱਗਦੀ ਪਈ ਹੈ ਤੇ ਫਿਰ ਸੀਟ ਰੱਖ ਕੇ ਚਲੋ ਮਾਰਾਂਗੇ ਇਨਸ਼ਾਅੱਲਾ ਤਾਲਾ। ਤੁਹਾਨੂੰ ਚੈੱਕ ਕਰਕੇ ਵਿਖਾਵਾਂਗੇ। ਲੈ ਵੀ ਦੋਸਤੋ ਵਕਤ ਆ ਗਿਆ ਜਨਾਬ। ਹਾਈਡ੍ਰੋਲਿਕ ਹੋ ਗਿਆ ਫਿੱਟ ਤੇ ਹੁਣ ਇਸ ਨੂੰ ਸਟਾਰਟ ਕਰਨ ਨੂੰ ਅਹਿਮਦ ਭਾਈ ਤੇ ਸਟਾਰਟ ਕਰਕੇ ਤੁਹਾਨੂੰ ਚੈੱਕ ਕਰਾਣੇ ਆ ਵੀ ਲੀਵਰ ਕਿਸ ਤਰੀਕੇ ਹਾਈਡ੍ਰੋਲਿਕ ਕੰਮ ਕਰਦਾ ਪਿਆ ਹੈ ਤੇ ਇਹਦੇ ਵਿੱਚ ਕੋਈ ਕਮੀ ਤਾਂ ਨਹੀਂ ਰਹੇਗੀ ਜੀ। ਅਹਿਮਦ ਭਾਈ ਹੋ ਗਿਆ ਓਕੇ। ਹਾਂਜੀ ਇਨਸ਼ਾਅੱਲਾ ਅੱਲਾਹ ਦਾ ਹੁਕਮ ਨਾਲ। ਇਹ ਜਨਾਬ ਚੌਕ ਤੇ ਲਾਇਆ ਆਇਲ ਵਗੈਰਾ ਵੀ ਆਸਾਨੀ ਨਾਲ ਇਹ ਕੰਮ ਕਰੇ ਤੇ ਹੁਣ ਜਨਾਬ ਸਲਮ ਮਾਰਦੇ ਨੇ ਤੇ ਹਾਈਡ੍ਰੋਲਿਕ ਨੂੰ ਵਿਖਾਉਂਦੇ ਨੇ। ਲਓ ਜੀ ਮਾਸ਼ਾਅੱਲਾ। ਐਡਜਸਟਮੈਂਟ ਕਰ ਰਿਹਾ ਹੈ। एडजस्ट करने का तरीकाकार ने
ਲਓ ਜੀ ਹੁਣ ਪਿੰਨ ਪਾ ਦਿਸਣ ਦੇ ਤੇ ਇੱਥੇ ਓਕੇ ਹੋ ਗਿਆ ਜੀ। मैं भी दोस्तों ਹੁਣ ਮੈਨੂੰ ਦਿਓ ਇਜਾਜ਼ਤ। ਤੁਹਾਡਾ ਭਰਾ ਮੀਆਂ ਮੁਹੰਮਦ ਅਫਜ਼ਲ ਬੱਟੂ। ਅੱਲਾ ਹਾਫਿਜ਼। ਪਾਕਿਸਤਾਨ ਜ਼ਿੰਦਾਬਾਦ। ਲੈ ਵੀ दोस्तों माशाल्लाह मुकम्मल हो गया। ਇਹ ਮਰਹਲਾ ਆ ਗਿਆ ਜੀ ਚੈੱਕ ਕਰਕੇ ਦੇਵਣ ਦਾ। ਤਾਂ ਹੁਣ ਉਸਤਾਦ ਹਾਈਡ੍ਰੋਲਿਕ ਨੂੰ ਚੈੱਕ ਕਰਕੇ ਦੇਣ ਲੱਗਾ ਜੇ ਵੀ ਚੈੱਕ ਕਰ ਲਈਏ ਕਿ ਕੀ ਪੋਜੀਸ਼ਨ ਹੈ ਤੇ ਕਿੰਨੀ ਕਾਮਯਾਬੀ ਸਾਨੂੰ ਹੋਈ ਹੈ, ਤਾਂ ਕਿ ਅਸੀਂ ਫੀਲਡ 'ਚ ਜਾਈਏ ਤੇ ਸਾਨੂੰ ਕੋਈ ਖੱਡਾ ਨਾ ਪਵੇ। ਲੈ ਵੀ ਦੋਸਤੋ ਬੇਰੀ ਦੇ ਨਾਲ ਵੱਡੇ ਸਾਰੇ ਸੰਗਲ ਨਾਲ ਬੰਨ੍ਹ ਦਿੱਤਾ ਹੈ। ਆ ਚੈੱਕ ਕਰੋ ਤਾਂ ਕਿ ਇਹਦਾ ਜਿਹੜਾ ਹਾਈਡ੍ਰਾਲਿਕ ਹੈ ਉਹਦਾ ਪਤਾ ਚੱਲ ਜਾਵੇ ਵੀ ਹਾਈਡ੍ਰਾਲਿਕ ਸੁੱਟਦਾ ਤਾਂ ਨਹੀਂ। ਤੇ ਹੁਣ ਚੈੱਕ ਕਰ ਲਓ ਸਮੂਥ ਖੜਾ ਹੈ ਜਨਾਬ, ਆਰਾਮ ਨਾਲ ਟੰਗਿਆ ਖੜਾ ਜੀ। ਆਉਂਦੇ ਆ ਚੁੱਲ੍ਹੇ ਉੱਤੇ ਖੜੇ ਹੁਣ ਜੀ ਇਮਤਿਆਜ਼ ਜਿਹੜਾ ਆਪਣਾ ਉਸਤਾਦ ਇਮਤਿਆਜ਼ ਉਹ ਵੀ ਚੜ੍ਹ ਗਿਆ ਤੇ ਹੁਣ ਟਰੈਕਟਰ ਜਿਹੜਾ ਬਿਲਕੁਲ ਖਾਮੋਸ਼ ਸਕੂਨ ਨਾਲ ਖੜਾ ਹੈ। ਤੇ ਇਹਦਾ ਮਤਲਬ ਹੈ ਹਾਈਡ੍ਰਾਲਿਕ ਅੱਲਾ ਦਾ ਸ਼ੁਕਰ ਓਕੇ ਹੋ ਗਿਆ ਹੈ। ਤੇ ਅਹਿਮਦ ਬਾਈ ਦਾ ਆਪਾਂ ਸ਼ੁਕਰੀਆ ਅਦਾ ਕਰਾਂਗੇ ਤੇ ਫਿਰ ਜਨਾਬ ਨਿਕਲਨੇ ਆ ਪਿੰਡ ਨੂੰ। ਅਹਿਮਦ ਬਾਈ ਇਹ ਤੁਸੀਂ ਬੇਰੀ ਨਾਲ ਬੰਨ੍ਹ ਦਿੱਤਾ ਟਰੈਕਟਰ ਨੂੰ, ਤਾਂ ਅੱਗੋਂ ਖੜਾ ਕਰ ਦਿੱਤਾ ਹੈ। ਹਾਈਡ੍ਰੋਲਿਕ ਚੈੱਕ ਕਰਨ ਦਾ ਸਾਡਾ ਤਰੀਕਾਕਾਰ ਇਹ ਹੈ ਵੀ ਇੱਥੇ ਤਸੱਲੀ ਕਰਕੇ ਦੇਣੀ ਹੈਗਾ। ਅਗਾ ਅੱਲਾ ਪਾਕ ਕਰਮ ਕਰੇਗਾ ਇਨਸ਼ਾਅੱਲਾ ਜੀ। ਬਹੁਤ ਮਿਹਰਬਾਨੀ ਸਰ। ਤੇ ਹੁਣ ਅਸੀਂ ਜੀ ਜਾਵਾਂਗੇ ਪਿੰਡ ਨੂੰ ਤੇ ਸ਼ੁਕਰੀਆ ਅਹਿਮਦ ਬਾਈ, ਜਿੰਦੇ ਵਸਦੇ ਰਹੋ। ਤੇ ਕਿਸਾਨ ਦੋਸਤੋ ਹੁਣ ਮੈਨੂੰ ਦਿਓ ਇਜਾਜ਼ਤ। ਤੁਹਾਡਾ ਭਰਾ ਮੀਆਂ ਮੁਹੰਮਦ ਅਫਜ਼ਲ ਬੱਟੂ। ਅੱਲਾ ਹਾਫਿਜ਼। ਪਾਕਿਸਤਾਨ ਜ਼ਿੰਦਾਬਾਦ। ਤੇ ਉਤਾਰ ਦਿਓ ਇਸ ਨੂੰ। ਤੇ ਠੀਕ ਹੋ ਗਿਆ ਅਹਿਮਦ ਬਾਈ, ਤੇ ਉਤਾਰੋ ਹੁਣ ਇਸ ਨੂੰ, ਇਹਨੂੰ ਰਿਲੀਜ਼ ਕਰ ਦਿਓ। ਤੇ ਇਹ ਹੁਣ ਜਨਾਬ ਆਹਿਸਤਾ ਆਹਿਸਤਾ ਹਾਈਡ੍ਰੋਲਿਕ ਨੂੰ ਵੈਲ ਡਨ ਹੈ। ਆਹਿਸਤਾ ਤਾਂ ਨਹੀਂ ਗਿਆ, ਥੱਲੇ ਗਿਆ ਹੈ। ਹਾਂਜੀ ਸਪੀਡ ਵਧਾਈ ਹੋਈ ਉੱਪਰ ਕਹਿੰਦਾ। ਤੇ ਇਹ ਸੰਗਲ ਚੈੱਕ ਕਰੋ ਦੁਬਾਰਾ ਇੱਕ ਵਾਰੀ। ਆਓ ਵੀ ਖੋਲੋ ਤੇ ਇਸ ਨੂੰ ਰਿਲੀਜ਼ ਕਰੋ। ਤੇ ਹੁਣ ਮੈਨੂੰ ਦਿਓ ਇਜਾਜ਼ਤ। ਤੁਹਾਡਾ ਭਰਾ ਮੀਆਂ ਮੁਹੰਮਦ ਅਫਜ਼ਲ ਬੱਟੂ। ਅੱਲਾ ਹਾਫਿਜ਼। ਪਾਕਿਸਤਾਨ ਜ਼ਿੰਦਾਬਾਦ।